अस्सलाम वालेकुम। साडा जिगरी यार है जनाब, साड़ी जान भी हाजिर है ਉਹਦੇ ਤੇ। ਜਦੋਂ ਪਾਕਿਸਤਾਨ ਜਾਈਦਾ 에ਅਰਪੋਰਟ ਤੇ ਸਾਨੂੰ ਲੈਣ ਆਉਂਦਾ ਤੇ 에ਅਰਪੋਰਟ ਤੇ ਛੱਡ ਕੇ ਜਾਂਦਾ ਤੇ ਅਸੀਂ ਵੀ ਘੱਟ ਨਹੀਂ ਕਰਦੇ। ਜਾਂਦੇ ਆ ਉਹਦੇ ਵਾਸਤੇ ਨਵੀਂ ਜੈਕਟ, ਨਵਾਂ ਫੋਨ, ਵਧੀਆ ਪਰਫਿਊਮ ਲੈ ਕੇ ਜਾਈਦੇ ਆ। ਸਾਰੀ 에ਅਰਪੋਰਟ ਤੇ ਜਨਾਬ ਉਹਨੂੰ ਗਿਫਟ ਫੜਾਇਆ, ਇਹ ਤੇਰਾ ਗਿਫਟ ਹੈ। ਤੇ ਜਨਾਬ ਰਾਹ 'ਚ ਹੋਟਲ 'ਚ ਰੋਟੀ ਖਾਧੀ ਹੈ, ਪੈਸੇ ਉਹਨੇ ਦਿੱਤੇ ਨੇ। ਜਿਸ ਵੇਲੇ ਘਰ ਕੋਲ ਪਹੁੰਚੇ ਆ ਜਾ ਕੇ ਉਹਦੀ ਜੇਬ 'ਚ ਮੈਂ ਪੈਸੇ ਪਾਉਣ ਲਗਾ, ਉਹਨੇ ਜੇਬ ਤੇ ਹੱਥ ਲਾ ਲਿਆ। ਉਹ ਚੱਲ ਛੱਡ ਨਾ, ਵੜ ਵੀ ਨਾ, ਹੁਣ ਮੈਂ ਤੇਰੇ ਕੋਲੋਂ ਪੈਸੇ ਲਵਾਂਗਾ। ਉਹ ਨਹੀਂ ਯਾਰ, ਅਸੀਂ ਬਾਹਰੋਂ ਪੈਸੇ ਕਮਾ ਕੇ ਆਏ ਆ, ਪਾਕਿਸਤਾਨ ਵਾਲੇ ਸਾਡੇ ਤੇ ਪੈਸੇ ਲਾਣੇ ਕੋਈ ਮਾੜੀ ਗੱਲ ਆ। ਨਹੀਂ ਨਹੀਂ ਚੱਲ ਛੱਡ ਨਾ, ਤੇਰੇ ਮੇਰੇ ਵੱਖਰੇ ਨੇ। ਜਨਾਬ ਜ਼ਬਰਦਸਤੀ ਉਹਦੀ ਜੇਬ 'ਚ ਪਾ ਦਿੱਤੇ ਨੇ। ਉਹਨੂੰ ਆਖਿਆ ਚੱਲ ਸਹੀ ਹੈ ਯਾਰ, ਹੁਣ ਸੁਬਾਹ ਮੁਲਾਕਾਤ ਹੋਵੇਗੀ, ਸੁਬਾਹ ਸ਼ਹਿਰ ਜਾਣਾ ਹੈ ਤੇ ਮੈਂ ਤੈਨੂੰ फ़ोन ਮਾਰਾਂਗਾ, ਚੱਲ ਮੈਨੂੰ फ़ोन ਮਾਰ ਲਈ। ਜਨਾਬ ਸੁਬਾਹ ਨੂੰ फ़ोन ਮਾਰਿਆ, ਉਹ ਯਾਰ ਮੇਰੀ ਬੀਵੀ ਦੀ ਤਬੀਅਤ ਖਰਾਬ ਹੋ ਗਈ, ਉਹਨੂੰ ਹਸਪਤਾਲ ਲੈ ਕੇ ਗਏ ਨੇ ਤੇ ਇੱਕ ਮੁੰਡੇ ਨੂੰ ਆਖਿਆ ਪੈਸਿਆਂ ਦਾ, ਤੇ ਉਹ ਪੈਸੇ ਲੈ ਕੇ ਆਉਣ ਲਿਆ। ਤੂੰ ਹੋਰ ਕਿਸੇ ਨੂੰ ਕਿਉਂ ਆਖਿਆ? ਮੈਨੂੰ ਦੱਸ ਕਿੰਨੇ ਪੈਸੇ ਚਾਹੀਦੇ ਨੇ, ਤੂੰ ਮੈਨੂੰ ਜੁੱਤੀਆਂ ਮਾਰੇਗਾ? ਨਹੀਂ ਯਾਰ ਤੂੰ ਰਾਤੀ ਤੇ ਹੀ ਆਏ, ਤੇਰੇ ਕੋਲੋਂ ਕੀ ਪੈਸੇ ਲੈਣੇ? ਨਹੀਂ ਨਹੀਂ ਯਾਰ, ਉਸੇ ਟਾਈਮ ਜਨਾਬ ਕਿੱਕ ਮਾਰੀ ਸਿੱਧਾ ਉਹਦੇ ਕੋਲ। ਦੱਸ ਕਿੰਨੇ ਪੈਸੇ? ਯਾਰ ਲੱਖ ਰੁਪਈਆ ਆਖਦੇ ਨੇ ਪਏ। ਇਹ ਫੜ ਲੱਖ ਰੁਪਈਆ, ਤੂੰ ਹੋਰ ਕਿਸੇ ਨੂੰ ਨਾ ਆਖੀ, ਹੋਰ ਵੀ ਪੈਸੇ ਚਾਹੀਦੇ ਤੂੰ ਮੈਨੂੰ ਦਸੀ। ਜਨਾਬ ਉਹਨੇ ਪੈਸੇ ਫੜ ਲਏ। ਚੱਲ ਬੀਵੀ ਵਾਲੂ ਵਿਹਲਾ ਹੋ ਯਾਰ, ਘਰ ਪਲਸਤਰ ਕਰਾਉਣਾ ਮੇਰੀ ਆਖਦੇ ਨੇ ਪਏ ਤੇ ਆਵੀਂ ਤੇ ਯਾਰ ਕੋਈ ਠੇਕੇਦਾਰ ਮੈਨੂੰ ਦੱਸ। ਠੀਕ ਹੈ ਮੈਂ ਆ ਜਾਵਾਂਗਾ। 3 ਦਿਨਾਂ ਬਾਅਦ ਜਨਾਬ ਉਹ ਘਰ ਆ ਗਿਆ। ਜਿਸ ਵੇਲੇ ਘਰ ਆਇਆ ਜਨਾਬ ਦੱਸਿਆ ਵੀ ਆ ਕੰਮ ਕਰਵਾਉਣਾ, ਕਹਿੰਦਾ ਠੇਕੇਦਾਰ ਹੈ ਮੇਰੇ ਕੋਲ। ਜਨਾਬ ਠੇਕੇਦਾਰ ਨੂੰ फ़ोन ਕੀਤਾ, ਠੇਕੇਦਾਰ ਆ ਗਿਆ। ਉਹਨੂੰ ਪੁੱਛਿਆ ਕਿੰਨੇ ਦਾ ਕੰਮ ਹੋਵੇਗਾ ਸਾਰਾ ਪਲਸਤਰ? ਉਹਨੇ ਆਖਿਆ ਜੀ 3.5 ਲੱਖ ਰੁਪਈਆ। ਉਹਨੇ ਆਖਿਆ ਜਨਾਬ ਮੇਰਾ ਯਾਰ ਹੈ, ਕੋਈ ਖੁਦਾ ਦਾ ਖੌਫ ਕਹੋ, ਇਹ ਤੇ ਬਾਹਰ ਹੁੰਦਾ, ਮੈਂ ਇੱਥੇ ਹੀ ਹੋਣਾ, ਮੈਨੂੰ ਦੱਸੋ ਕਿੰਨੇ ਪੈਸੇ ਨੇ? ਨਹੀਂ ਭਾਈ ਤੁਸੀਂ ਇੰਝ ਕਰੋ, ਫਿਰ 3,30,000 ਦੇ ਦਿਓ। ਭਾਈ ਜਾਣ ਦੇ, ਚਲੋ ਸਹੀ ਹੈ ਤੁਹਾਨੂੰ ਦੱਸਾਂਗੇ। ਜਨਾਬ ਦੂਸਰਾ ਠੇਕੇਦਾਰ ਲਿਆਂਦਾ, ਦੂਸਰੇ ਠੇਕੇਦਾਰ ਨਾਲ ਗੱਲ ਹੋਈ, ਉਹਨੇ ਜਨਾਬ 3 ਲੱਖ 'ਚ ਦੀ ਗੱਲ ਮੁੱਕੀ। ਬੜਾ ਖੁਸ਼ ਹੋਇਆ, ਕਹਿੰਦਾ ਮੈਂ ਮੇਰੇ ਯਾਰ ਨੇ ਇੰਨਾ ਮੇਰੇ ਕੋਲ ਗੁੰਜਾਇਸ਼ ਕਰਵਾ ਦਿੱਤੀ ਹੈ। ਅੱਗੋਂ ਠੇਕੇਦਾਰ ਨੇ ਆਖਿਆ ਜਨਾਬ 20 ਟਰਾਲੀਆਂ ਰੇਤ ਦੀਆਂ ਮੰਗਾ ਲਓ, 300 ਬੋਰੀ ਸੀਮਟ ਦੀ ਮੰਗਾ ਲਓ ਤੇ ਪਲਸਤਰ ਸ਼ੁਰੂ ਕਰ ਦੇਣੇ ਜਦੋਂ ਦੱਸੋਗੇ। ਯਾਰ ਠੀਕ ਹੈ ਅਸੀਂ ਪਤਾ ਕਰ ਲੈਂਦੇ ਹਾਂ। ਕਹਿੰਦਾ ਚਲਾ ਫਿਰ ਹੁਣ ਟਰਾਲੀ ਵਾਲੇ ਦਾ ਪਤਾ ਕਰੀਏ। ਜਨਾਬ ਟਰਾਲੀ ਵਾਲੇ ਕੋਲ ਗਏ, ਉਹਨੂੰ ਪੁੱਛਿਆ ਕਿੰਨੇ ਦੀ ਟਰਾਲੀ ਹੈ ਇੱਕ ਰੇਤ ਦੀ? ਉਹਨੇ ਆਖਿਆ ਜੀ 22,000 ਦੀ। ਉਹਨੇ ਆਖਿਆ ਯਾਰ ਖੁਦਾ ਦਾ ਖੌਫ ਖਾ, ਮੇਰਾ ਯਾਰ ਹੈ, ਪੈਸੇ ਘਟਾ। ਉਹਨੇ ਆਖਿਆ ਭਾਈ ਤੁਸੀਂ 21,000 ਦੇ ਦਿਓ, ਪੈਟਰੋਲ ਤੁਹਾਨੂੰ ਪਤਾ ਕਿੰਨਾ ਮਹਿੰਗਾ ਹੋ ਗਿਆ, ਚੱਲ ਤੂੰ ਰਹਿਣ ਦੇ। ਜਨਾਬ ਦੂਸਰੇ ਟਰਾਲੀ ਵਾਲੇ ਕੋਲ ਟੁਰ ਗਏ, ਉਹਨੂੰ ਜਾ ਕੇ ਪੁੱਛਿਆ, ਉਹਨੇ ਜਨਾਬ ਇਸੇ ਦੇ ਰੇਟ ਦੱਸਿਆ। ਆਖਰ ਤੇ ਉਹਦੇ ਨਾਲ ਗੱਲ ਮੁੱਕੀ 18,000। ਕਹਿੰਦਾ ਮੈਂ ਬੜੇ ਖੁਸ਼ ਹੋਇਆ ਕਿ ਮੇਰੇ ਯਾਰ ਨੇ ਜਿਹੜਾ ਜਨਾਬ ਇੰਨੇ ਪੈਸੇ ਘਟਾ ਦਿੱਤੇ ਨੇ। ਅੱਗੋਂ ਸੀਮੈਂਟ ਵਾਲੇ ਕੋਲ ਗਏ, ਕਹਿੰਦਾ ਉਹਨੂੰ ਜਾ ਕੇ ਪੁੱਛਿਆ, ਉਹਨੇ ਆਖਿਆ ਜੀ 1400 ਦੀ ਬੋਰੀ। ਉਹਨੇ ਆਖਿਆ ਭਾਈ ਇੰਝ ਨਾ ਕਰੋ, ਗੁੰਜਾਇਸ਼ ਕਰੋ, 300 ਬੋਰੀ ਲੈਣੀ ਐ ਅਸਾਂ। ਉਹਨੇ ਆਖਿਆ ਭਾਈ ਫਿਰ ਤੁਸੀਂ ਦੱਸੋ ਮੈਂ ਕਿੰਨੇ ਦਿਆਂ? ਨਹੀਂ ਨਹੀਂ ਘਟਾਓ ਤੁਸੀਂ। ਨਹੀਂ ਭਾਈ ਬੋਰੀ ਆਈ ਇੰਨੇ ਦੀ ਹੈ। ਉਹਨੇ ਆਖਿਆ ਚਲੋ ਠੀਕ ਹੈ ਤੁਹਾਨੂੰ ਦੱਸਣੇ। ਦੂਸਰੀ ਦੁਕਾਨ ਤੇ ਜਨਾਬ ਟੁਰ ਗਏ ਭਾਈ ਜਿਹੜੀ, ਦੂਸਰੀ ਦੁਕਾਨ ਤੇ ਗਏ, ਉਹਨੂੰ ਜਾ ਕੇ ਪੁੱਛਿਆ ਕਿੰਨੇ ਦੀ ਬੋਰੀ ਹੈ? ਉਹਨੇ ਆਖਿਆ ਭਾਈ 1300 ਦੀ। ਉਹਨੇ ਆਖਿਆ ਯਾਰ ਕੀ ਕਰਦਾ ਉਹਨੇ, 1300 ਦੀ ਬੋਰੀ, 300 ਬੋਰੀ ਲੈਣੀ ਹੈ ਅਸਾਂ ਤੇ ਹੁਣ ਮੇਰਾ ਯਾਰ ਹੈ ਇਹ ਬਾਹਰ ਆ, ਮੈਂ ਤਾਂ ਨਹੀਂ ਹੈ ਇੱਥੇ ਹੀ ਆ। ਚਲੋ ਭਾਈ ਤੁਸੀਂ 1200 ਦੇ ਦਿਓ। ਅੱਛਾ ਜੀ 1200 ਨਹੀਂ ਭਾਈ ਥੋੜੇ ਘਟਾਓ। ਨਹੀਂ 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 1200। ਚਲੋ ਜੀ 1200 'ਚ ਗੱਲ ਮੁੱਕ ਗਈ। ਉਹਨੇ ਆਖਿਆ ਜੀ ਉਹ ਕਿੱਥੇ 1400 ਤੇ ਕਿੱਥੇ 1200? ਕਹਿੰਦਾ ਇਹ ਤਾਂ ਬੜਾ ਮੇਰਾ ਹਮਦਰਦ ਹੈ। ਉਹ ਜਨਾਬ ਇੰਝ ਹੀ ਹੋਇਆ, ਟਰਾਲੀਆਂ ਟੁਰ ਪਈਆਂ। ਅੱਗੋਂ ਜਿਹੜੀ ਰੇਤ ਹੈ ਨਾ ਉਹ ਘਰ ਤੋੜ ਨਹੀਂ ਸੀ ਪਹੁੰਚਦੀ, ਅੱਗੋਂ ਖੋਤੀਆਂ ਤੇ ਘਰ ਲਿਆਉਣੀ ਪੈਂਦੀ। ਉਹ ਜਨਾਬ ਖੋਤੀਆਂ ਦੇ ਜਿਹੜੀ ਰੇਤ ਹੈ ਉਹ ਘਰ ਆਉਣ ਲੱਗ ਪਈ। ਅੱਗੋਂ ਜਿਹੜੀਆਂ ਸੀਮਟ ਦੀਆਂ ਬੋਰੀਆਂ ਨੇ ਉਹ ਵੀ ਜਨਾਬ ਉੱਥੇ ਟਰਾਲੀ ਲਾ ਗਈ। ਅੱਗੋਂ ਜਨਾਬ ਉਹ ਰੇਹੜੀ ਤੇ ਜਿਹੜੀਆਂ ਨੇ ਉਹ ਘਰ ਆ ਗਈਆਂ। ਜਿਸ ਵੇਲੇ ਬੋਰੀਆਂ ਘਰ ਆਈਆਂ, ਕਹਿੰਦਾ ਅੱਬਾ ਜੀ ਨੇ ਆ ਕੇ ਬੋਰੀਆਂ ਗਿਣੀਆਂ। ਬੋਰੀਆਂ ਜਿਸ ਵੇਲੇ 300 ਦੀ ਜਗ੍ਹਾ 280 ਸੀ। ਉਹਨਾਂ ਤੱਕੀ, ਉਹਨਾਂ ਕਿਹਾ ਪੁੱਤਰ ਇਹ ਤੇ ਬੋਰੀ 280 ਹੈ। ਉਹਨੇ ਉਹਨੂੰ फ़ोन ਮਾਰਿਆ, ਕਹਿੰਦਾ ਯਾਰ ਇਹ ਤਾਂ ਬੋਰੀਆਂ 20 ਪੂਰੀਆਂ ਘੱਟ ਨੇ। ਉਹਨੇ ਆਖਿਆ ਇਹ ਕਿਸ ਤਰ੍ਹਾਂ ਹੋ ਸਕਦਾ? ਉਹਨੇ ਜਨਾਬ ਗਿਣੀ। ਉਹਨੇ ਆਖਿਆ ਯਾਰ ਕੋਈ ਚੁੱਕ ਕੇ ਤਾਂ ਨਹੀਂ ਉੱਥੋਂ ਲੈ ਗਿਆ? ਉਹਨੇ ਆਖਿਆ ਯਾਰ ਇਹ ਨਹੀਂ ਮੈਨੂੰ ਪਤਾ ਕੌਣ ਚੁੱਕ ਕੇ ਲੈ ਗਿਆ, ਲੇਕਿਨ ਬੋਰੀਆਂ ਜਿਹੜੀਆਂ ਨੇ, ਉਹਨੇ ਉਹਨੂੰ फ़ोन ਮਾਰਿਆ ਦੁਕਾਨ। ਉਹਨੇ ਆਖਿਆ ਭਾਈ ਅਸਾਂ ਪੂਰੀ 300 ਬੋਰੀ ਜਿਹੜੀ ਆ ਲੋਡ ਕਰਾਈ ਹੈ। ਅੱਗੋਂ ਟਰਾਲੀ ਇਹਨਾਂ ਨੇ ਗੱਲ ਕੀਤੀ। ਉਹਨੇ ਆਖਿਆ ਭਾਈ ਅਸੀਂ ਕੋਈ ਬੇਈਮਾਨੀ ਨਹੀਂ ਕਰਦੇ, ਇੰਨੀ ਬੋਰੀ ਜਿੰਨੀ ਐਸੀ ਅਸੀਂ ਲੈਣ ਦੀ ਹੈ। ਉਹਨਾਂ ਆਖਿਆ ਜੀ 300 ਕੋਈ ਫਿਰ ਉੱਥੇ ਚੁੱਕ ਕੇ ਲੈ ਗਿਆ, ਅਸੀਂ ਫੇਰਾ ਲੈ ਕੇ ਆਏ ਹਾਂ ਰੇੜੀ ਵਾਲਾ, ਹੋ ਸਕਦਾ ਕੋਈ ਚੁੱਕ ਕੇ ਲੈ ਗਿਆ, ਚਲੋ ਕੋਈ ਨਹੀਂ। ਕਹਿੰਦਾ ਅੱਗੋਂ ਮੈਂ ਚੁੱਪ ਕਰ ਰਿਹਾ। ਕਹਿੰਦਾ ਰੇਤ ਘਰ ਆ ਗਈ, ਖੋਤਿਆਂ ਨੇ ਰੇਤ ਛੱਡ ਦਿੱਤੀ। ਕਹਿੰਦਾ ਅੱਗੋਂ ਜਿਸ ਵੇਲੇ ਮੈਂ ਨਾ ਉਹਨੂੰ ਕੁਦਰਤੀ ਮੈਂ ਮੋਟਰਸਾਈਕਲ ਕੱਢਿਆ, ਜਿਸ ਵੇਲੇ ਉਹਦੇ ਘਰ ਦੇ ਬੂਹੇ ਕੋਲ ਗਿਆ, ਤੱਕਿਆ ਉਹਦੇ ਘਰ ਦੇ ਅੰਦਰ ਜਿਹੜੀ ਹੈ ਨਾ ਉਹ ਰੇਤ ਜਿਹੜੀ ਹੈ ਨਾ ਉਹ ਅੰਦਰ ਗਈ। ਮੈਂ ਤੱਕਿਆ, ਮੈਂ ਇਹਦੇ ਘਰ ਰੇਤ ਕਿਧਰੋਂ ਆ ਗਈ? ਕਹਿੰਦੇ ਥੋੜਾ ਬੂਹੇ ਤੱਕਿਆ ਤੇ ਅੰਦਰ ਰੇਤ ਹੀ ਰੇਤ। ਕਹਿੰਦਾ ਪਰ ਨਾਲ ਤੱਕਿਆ ਤੇ ਸੀਮਟ ਦੀਆਂ ਬੋਰੀਆਂ। ਕਹਿੰਦਾ ਮੈਂ ਤੱਕ ਕੇ ਹੈਰਾਨ ਰਹਿ ਗਿਆ, ਮੈਂ ਇਹਦੇ ਘਰ ਸੀਮਟ ਵੀ ਹੈ ਤੇ ਰੇਤ ਵੀ ਹੈ। ਕਹਿੰਦਾ ਮੈਂ ਖੋਤੇ ਵਾਲੇ ਨੂੰ ਪੁੱਛਿਆ, ਮੈਂ ਕਿਹਾ ਤੂੰ ਕੀ ਕੀਤਾ ਵੀ ਕਿਤੇ ਹੋਰ ਵੀ ਰੇਤ ਲਾ ਕੇ ਆਏ? ਕਹਿੰਦਾ ਜੀ ਭਾਈ ਲਾ ਕੇ ਆਇਆ ਤੁਹਾਡੇ ਯਾਰ ਦੇ ਘਰ। ਇਹ ਕਿਤਨੇ ਲਾਈ? ਕਹਿੰਦਾ 20 ਬੋਰੇ। ਉਹਨੇ ਕਿਹਾ ਯਾਰ ਮੈਨੂੰ ਤੇ ਉਹਨੇ ਕੋਈ ਨਹੀਂ ਦੱਸਿਆ। ਉਹਨੇ ਅੱਗੋਂ ਜਿਹੜਾ ਰੇਹੜੀ ਵਾਲਾ ਉਹਦੇ ਨਾਲ ਗੱਲ ਕੀਤੀ। ਉਹਨੇ ਕਿਹਾ ਤੂੰ ਸੱਚੀ ਸੱਚੀ ਗੱਲ ਦੱਸ, ਮੈਂ ਨਹੀਂ ਕਿਸੇ ਨਾਲ ਗੱਲ ਕਰਦਾ, ਤੇ ਤੂੰ ਜਿਹੜਾ ਸੀਮਟ ਦੀਆਂ ਬੋਰੀਆਂ ਕਿਧਰੇ ਹੋਰ ਲਾ ਕੇ ਆਏ ਵੀ? ਕਹਿੰਦਾ ਜੀ ਭਾਈ ਲਾ ਕੇ ਆਇਆ ਭਾਈਰਾਂ ਦੇ ਘਰ। ਉਹਨੇ ਆਖਿਆ ਇੱਧਰ ਲਾਇਆ ਤੇ ਤੂੰ ਗੱਲ ਨਾ ਕਰੀ, ਮੈਂ ਜਾਣਾ ਤੇ ਉਹ ਜਾਣੇ। ਕਹਿੰਦਾ 20 ਬੋਰੀਆਂ ਉੱਧਰ ਲਾਈ। ਉਹਨੇ ਆਖਿਆ ਠੀਕ ਹੈ। ਉਹਨਾਂ ਦਾ ਚੁੱਪ ਕਰ ਗਿਆ। ਕਹਿੰਦਾ ਅੱਗੋਂ ਮੈਂ ਨਾ ਟਰਾਲੀ ਵਾਲੇ ਕੋਲ ਟੁਰ ਗਿਆ, ਮੇਰਾ ਦਿਲ ਮੁਤਮਿਨ ਆਇਆ। ਕਹਿੰਦਾ ਮੈਂ ਉਹਨੂੰ ਪੁੱਛਿਆ ਕਿ ਭਾਈ ਆਪਣੀ ਇਮਾਨਦਾਰੀ ਨਾਲ ਦੱਸਿਓ ਕਿ ਟਰਾਲੀ ਜਿਹੜੀ ਹੈ ਕਿੰਨੇ ਦੀ ਹੈ ਰੇਤ ਦੀ? ਕਹਿੰਦਾ ਭਾਈ ਤੁਹਾਨੂੰ ਸੱਚੀ ਗੱਲ ਦੱਸਾਂ,
ਇਹ ਹੈ 13,500 ਦੀ। ਕਹਿੰਦਾ ਮਾਰ, ਉਹਨੇ 18,000 ਮੈਨੂੰ ਆਖਿਆ ਤੇ 13,500 ਦੀ ਹੈ, ਉਹ ਤੇ ਮੇਰਾ ਯਾਰ ਹੈ। ਉਹਨੇ ਆਖਿਆ ਭਾਈ ਸਾਨੂੰ ਉਹਨੇ ਆਖਿਆ ਕਿ ਮੈਂ ਜਾਣਾ ਤੇ ਉਹ ਜਾਣਾ, ਜਿਸ ਤਰ੍ਹਾਂ ਮੈਂ ਆਖਣਾ ਤੁਸੀਂ ਉਂਝ ਹੀ ਕਰਨਾ। ਕਹਿੰਦਾ ਠੀਕ ਹੈ। ਕਹਿੰਦਾ ਅੱਗੋਂ ਮੈਂ ਸੀਮਟ ਵਾਲਿਆਂ ਕੋਲ ਟੁਰ ਗਿਆ। ਮੈਂ ਕਿਹਾ ਉਹਨਾਂ ਕੋਲ ਵੀ ਮੈਂ ਪਤਾ ਕਰਾਂ। ਕਹਿੰਦਾ ਇਸੇ ਸੀਮਟ ਵਾਲਿਆਂ ਕੋਲੋਂ ਪਤਾ ਕੀਤਾ ਜਨਾਬ, ਸੀਮਟ ਵਾਲੇ ਕਹਿੰਦੇ ਜੀ ਬੋਰੀ ਜਿਹੜੀ ਹੈ 950 ਦੀ ਹੈ। ਕਹਿੰਦਾ ਮੈਨੂੰ ਤੇ ਰੇਟਾਂ ਦਾ ਪਤਾ ਹੀ ਕੋਈ ਨਹੀਂ ਸੀ, ਨਾ ਮੈਂ ਘਰ ਗੱਲ ਕੀਤੀ। ਕਹਿੰਦਾ ਅੱਬਾ ਜੀ ਨੂੰ ਪਤਾ ਲੱਗਾ, ਅੱਬਾ ਜੀ ਗੁੱਸੇ 'ਚ ਹੋ ਗਏ। ਕਹਿੰਦਾ ਕੋਈ ਠੇਕੇਦਾਰ ਨੇ ਇਸੇ ਗੱਲ ਕੀਤੀ, ਉਹਨੂੰ ਆਖਿਆ ਭਾਈ ਸਿੱਧੀ ਸਿੱਧੀ ਗੱਲ ਦੱਸ ਕਿੰਨੇ ਪੈਸੇ। ਕਹਿੰਦਾ ਭਾਈ ਸਾਨੂੰ ਲੱਭਣਾ ਇਸ ਠੇਕੇ ਦਾ 2.5 ਲੱਖ ਰੁਪਈਆ, ਬਾਕੀ ਉਹਨਾਂ ਭਾਈ ਰਾਂ ਨੇ ਰੱਖਣੇ ਨੇ ਪੈਸੇ। ਉਹਨਾਂ ਆਖਿਆ ਜੀ ਮੈਂ ਜਾਣਾ ਤੇ ਉਹ ਜਾਣਾ, ਤੁਸੀਂ ਕੋਈ ਗੱਲ ਨਹੀਂ ਕਰਨੀ। ਉਹਨੇ ਆਖਿਆ ਲੈ ਵੀ ਇਹ ਤੇ ਕਿੰਨਾ ਪੈਸਾ ਮੇਰੇ ਕੋਲ ਲਾ ਗਿਆ, ਤੇ ਮੈਨੂੰ ਉਂਝ ਮੰਗਦਾ ਤੇ ਮੈਨੂੰ ਦੇ ਦੇਣੇ ਸੀ ਪੈਸੇ, ਤੇ ਇਹ ਕੀ ਕਰਦਾ ਪਿਆ। ਕਹਿੰਦਾ ਉਹਨੂੰ ਮੈਂ ਫੋਨ ਮਾਰਿਆ, ਮੈਂ ਕਿਹਾ ਇਧਰ ਆਵੇਂ ਨਾ। ਕਹਿੰਦਾ ਕਿ ਕਹਿੰਦਾ ਯਾਰ ਤੂੰ ਮੈਨੂੰ ਦੱਸ, ਤੂੰ ਰੇਤ ਘਰ ਲਵਾਈ ਹੈ, ਸੀਮਟ ਤੂੰ ਘਰ ਲਵਾਇਆ, ਤੂੰ ਮੈਨੂੰ ਦੱਸ ਤੇ ਸਹੀ ਯਾਰ। ਮੈਨੂੰ ਤੈਨੂੰ ਅਗਰ ਤੇਰੇ ਘਰ ਕੋਈ ਕੰਮ ਕਰਾਉਣ ਵਾਲਾ ਮੈਂ ਤੈਨੂੰ ਕਰਵਾ ਦੇਣਾ, ਮੈਂ ਤੈਨੂੰ ਰੁਪਈਆ ਲੱਖ ਪਹਿਲਾਂ ਦਿੱਤਾ। ਤੂੰ ਆਖਿਆ ਮੇਰੀ ਬੀਵੀ ਬਿਮਾਰ ਹੈ, ਉਸ ਤੋਂ ਬਾਅਦ ਬੀਵੀ ਵੀ ਘਰ ਠੀਕ ਠਾਕ। ਕਹਿੰਦਾ ਉਹ ਵੀ ਬਿਮਾਰ ਕੋ ਨਹੀਂ, ਉਹ ਵੀ ਘਰ ਪੀ ਫਿਰਦੀ ਸੀ। ਕਹਿੰਦਾ ਯਾਰ ਤੂੰ ਇੰਨਾ ਮੇਰੇ ਨਾਲ ਜ਼ਿਆਦਤੀ ਕੀਤੀ ਹੈ। ਅੱਗੋਂ ਠੇਕੇਦਾਰ ਦਾ ਤੂੰ ਕਿੰਨੇ ਪੈਸੇ ਦਿੱਤੇ ਨੇ, ਤੇ ਉਹ ਕਹਿੰਦਾ 2.5 ਲੱਖ ਦਾ ਠੇਕਾ ਹੈ ਤੇ ਬੋਰੀ 950 ਦੀ ਹੈ। ਕਹਿੰਦਾ ਯਾਰ ਮੇਰੇ ਮਜਬੂਰੀ ਸੀ, ਮੈਂ ਬੜਾ ਤੰਗ ਸਾਂ, ਮੈਨੂੰ ਪੈਸਿਆਂ ਦੀ ਲੋੜ ਆਈ, ਤੇ ਮੈਂ ਕਿਹਾ ਚਲੋ ਫਿਰ ਹੁਣ ਮੈਂ ਤੇਰੇ ਨਾਲ ਕਰ ਲੈਣਾ, ਬਾਅਦ ਤੈਨੂੰ ਦੱਸ ਦਿਆਂਗਾ। ਉਹਨੇ ਆਖਿਆ ਬਾਅਦ ਤੂੰ ਮੈਨੂੰ ਕੀ ਦੱਸਣਾ, ਕਿਤਨੀ ਵਾਰ ਤੇ ਮੇਰੇ ਘਰ ਦੇ ਤੂੰ ਕੰਮ ਕੀਤੇ ਨੇ, ਘਰ ਦਿਆਂ ਮੈਨੂੰ ਕਿਤਨੀ ਵਾਰੀ ਆਖਿਆ ਕਿ ਪੁੱਤਰ ਇੰਨੇ ਦੀ ਨਹੀਂ ਚੀਜ਼ ਇੰਨੇ ਦੀ ਹੁੰਦੀ ਹੈ, ਲੇਕਿਨ ਮੈਂ ਉਹਨੂੰ ਆਖਿਆ ਤੁਸੀਂ ਨਹੀਂ ਬੋਲਣਾ, ਮੈਂ ਜਾਣਾ ਤੇ ਉਹ ਜਾਣੇ। ਇਸ ਵਾਸਤੇ ਜੇ ਕੋਈ ਤੁਹਾਡੇ ਤੇ ਇਤਮਾਦ ਕਰਦਾ ਇੰਜ ਨਾ ਕਰਿਆ ਕਰੋ, ਜ਼ਿਆਦਤੀ ਨਾ ਕਰਿਆ ਕਰੋ। ਯਾਰ ਆ ਤੁਹਾਡਾ ਤੇ ਯਾਰ ਹੀ ਬਣੋ, ਇਸ ਵਾਸਤੇ ਜ਼ਿਆਦਤੀ ਨਾ ਕਰਿਆ ਕਰੋ। ਅਗਰ ਮੇਰੀ ਗੱਲ ਅੱਛੀ ਲੱਗੀ ਹੋਵੇ ਤੇ ਪਲੀਜ਼ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।